पंजाब सरकार मुर्दाबाद 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 पंजाब सरकार मुर्दाबाद मुर्दाबाद मुर्दाबाद। जी भाई साहब क्यों घिराव किया गया जी अज? ਅੱਜ ਅਸੀਂ ਸਿੱਧੂ ਸਾਹਿਬ ਦੇ ਘਰ ਦੀ ਚੋਣ ਕੀਤੀ ਅੱਜ ਔਰ ਇਹਨਾਂ ਦੇ ਘਰ ਆਪਣਾ ਸਵਾਲ ਪੁੱਛਣ ਪਹੁੰਚੇ ਆ ਵੀ ਸਿੱਧੂ ਸਾਹਿਬ ਤੁਸੀਂ ਜੇ 2-3 ਪੈਨਸ਼ਨਾਂ ਲੈ ਰਹੇ ਜੇ, ਤੁਸੀਂ ਦੂਸਰੀ ਵਾਰੀ ਮਤਲਬ ਐਮਪੀ 2-3 ਵਾਰ ਤੁਸੀਂ ਐਮਪੀ ਰਹੇ ਜੇ ਤੇ ਐਮਐਲਏ ਵੀ ਰਹੇ ਜੇ ਔਰ ਤੁਹਾਡੀ ਧਰਮ ਪਤਨੀ ਵੀ ਇੱਕ ਵਾਰ ਐਮਐਲਏ ਰਹਿ ਚੁੱਕੇ ਨੇ ਤੇ ਤੁਸੀਂ 4-4 ਪੈਨਸ਼ਨਾਂ ਲੈ ਰਹੇ ਜੇ ਔਰ ਜਿਹੜੇ ਮੁਲਾਜ਼ਮ ਜਿਹੜੇ ਆ ਇਹ 16 20 ਸਾਲ ਜਿਹੜੀ ਨੌਕਰੀ ਕਰਨ ਤੋਂ ਬਾਅਦ ਜਿਹੜੇ ਰਿਟਾਇਰ ਹੋ ਰਹੇ ਨੇ ਇਹਨਾਂ ਦੀ ਪੈਨਸ਼ਨ ਤੁਸੀਂ ਕੀ ਪ੍ਰਬੰਧ ਕੀਤਾ? सरकार मुर्दाबाद 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 जिंदाबाद जिंदाबाद ਅੱਜ ਤੋਂ ਪਹਿਲਾਂ ਕਿਹੜੇ ਆਗੂਆਂ ਨਾਲ ਤੁਹਾਡੀਆਂ ਮੀਟਿੰਗਾਂ ਹੋ ਚੁੱਕੀਆਂ ਨੇ? ਸਾਡੀ ਮਤਲਬ ਸੱਤਾਧਾਰੀ ਪਾਰਟੀ ਦੇ ਹੇਠਲੇ ਪੱਧਰੋਂ ਲੈ ਕੇ ਉੱਪਰ ਤੱਕ ਹਰ ਇੱਕ ਆਗੂ ਨੂੰ ਅਸੀਂ 3-3 4-4 ਵਾਰ ਆਪਣੀਆਂ ਮੰਗਾਂ ਤੋਂ ਜਾਣੂ ਕਰਵਾ ਸਕੇ ਆ। ਇਹੋ ਜਿਹਾ ਕੋਈ ਕਾਂਗਰਸ ਸਰਕਾਰ ਦਾ ਕੋਈ ਐਮਐਲਏ ਕੋਈ ਮੰਤਰੀ ਨਹੀਂਗਾ ਵੀ ਜਿਹੜਾ ਸਾਡੀ ਮੰਗ ਤੋਂ ਅਣਜਾਣ ਹੋਵੇ। ਈਵਨ ਇੱਥੋਂ ਤੱਕ ਕਿ ਜਿਹੜੀਆਂ ਵਿਰੋਧੀ ਧਿਰਾਵਾਂ ਆਪ ਔਰ ਸ਼੍ਰੋਮਣੀ ਅਕਾਲੀ ਦਲ ਉਹ ਵੀ ਸਾਡੀ ਜਿਹੜੀ ਮੰਗ ਤੋਂ ਭਲੀ ਭਾਂਤ ਜਾਣੂ ਆ। ਔਰ ਪਿਛਲੇ ਸਮੇਂ ਮੋਗਾ ਵਿਖੇ ਜਿਹੜਾ 100 ਸਾਲਾ ਮਨਾਉਣ ਤੇ ਅਕਾਲੀ ਦਲ ਨੇ ਜਿਹੜੀ ਸਾਡੀ ਮੰਗ ਨੂੰ ਜਿਹੜਾ ਚੋਣ ਏਜੰਡੇ ਵਿੱਚ ਵੀ ਰੱਖਿਆ ਵਾ ਔਰ ਵੀ ਜੇ ਸਾਡੀ ਸਰਕਾਰ ਬਣ ਤੇ ਜਿਹੜੀ ਆ ਅਸੀਂ ਵੀ ਜਿਹੜੀ ਆ ਇਹ ਪੈਨਸ਼ਨ ਬਹਾਲ ਕਰਾਂਗੇ। ਪਰ ਸਾਨੂੰ ਕਿਸੇ ਦੇ ਸਿਆਸੀ ਧਿਰਾਂ ਤੇ ਬਹੁਤਾ ਯਕੀਨ ਨਹੀਂ ਜਿੰਨੇ ਚਿਰ ਤੱਕ ਸਾਡੀ ਮੰਗ ਨੂੰ ਅਮਲੀ ਜਾਮਾ ਨਹੀਂ ਪਹੁੰਚ। ਚੰਨੀ ਵੱਲੋਂ ਤਾਂ ਰਾਤੀ 2-2:30 ਵਜੇ ਨਾਲ ਵੀ ਲੋਕਾਂ ਦੀਆਂ ਮੁਸ਼ਕਲਾਂ ਹੱਲ ਕੀਤੀਆਂ ਜਾਂਦੀਆਂ ਤਾਂ ਤੁਹਾਡੀ ਜਥੇਬੰਦੀ ਨੇ ਸੋਚਿਆ ਨਹੀਂ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੱਕ ਅਪਰੋਚ ਕੀਤੀ ਜਾਵੇ? ਉਹ ਨਹੀਂ ਸਮਝ ਆਉਂਦੀ ਵੀ ਜਿਹੜੇ ਬੰਦਿਆਂ ਦੀਆਂ ਰਾਤ ਨੂੰ 2:30 ਵਜੇ ਮੰਗਾਂ ਸੁਣਦੇ ਉਹ ਕਿਹੜੇ ਸ਼ਾਇਦ ਉਹ ਕਿਤੇ ਪਾਕਿਸਤਾਨ ਵਾਲੀ ਸਾਈਡ ਤੋਂ ਲੈ ਕੇ ਆਉਂਦੇ ਆ। ਉਹ ਤੁਸੀਂ ਅੱਜ ਵੀ ਖਰੜ ਜਾ ਕੇ ਵੇਖ ਲਓ ਉਹਦੀ ਰਹਿਸ਼ ਦੇ ਸਾਹਮਣੇ ਮਰਿੰਡਾ ਇਹਦਾ ਹਲਕਾ ਵਾ। ਮਰਿੰਡੇ ਦੇ ਵਿੱਚ ਇਹਦੇ ਦਿਹਾੜੀ ਦੀਆਂ 10-10 ਰੈਲੀਆਂ ਹੁੰਦੀਆਂ ਰਹੀਆਂ ਨੇ। ਖਰੜ ਦੇ ਵਿੱਚ ਇੰਨੇ ਮੁਲਾਜ਼ਮ ਉੱਥੇ ਬੈਠੇ ਨੇ ਜਿਹੜੇ ਉਹ ਤੁਹਾਨੂੰ ਦੂਰਾਂ ਤੋਂ 2.5 ਕਿਲੋਮੀਟਰ ਤੋਂ 20-25 ਹਜ਼ਾਰ ਗਿਣਤੀ ਦੇ ਵਿੱਚ 50 ਹਜ਼ਾਰ ਗਿਣਤੀ 'ਚ ਮੁਲਾਜ਼ਮ ਇਕੱਠੇ ਹੋ ਕੇ ਮਿਲ ਜਾਂਦੇ ਉਹ ਤੁਸੀਂ ਮਿਲਦੇ ਨਹੀਂਗੇ। ਉਹ ਪਤਾ ਨਹੀਂ ਜਾ ਉਹ ਬੰਦੇ ਸ਼ਾਮ ਨੂੰ ਇਹ ਕਿਹੜੇ ਇਕੱਠੇ ਕਰਕੇ ਜਿਹੜਾ ਵਾ ਸੋਸ਼ਲ ਮੀਡੀਆ ਦਾ ਆਪਣਾ ਪ੍ਰਚਾਰ ਕਰਦੇ ਆ। ਇਹ ਚੀਜ਼ ਤੋਂ ਅਸੀਂ ਅਣਜਾਣ ਆ। ਇਹ ਜਿਹੜੇ ਕਾਂਗਰਸੀ ਆ ਇਹਨਾਂ ਨੂੰ ਲੱਗਦਾ ਵਾ ਵੀ ਇਹ ਭੁਲੇਖੇ ਦੇ ਵਿੱਚ ਆਪਣੀ ਸਰਕਾਰ ਬਣਾ ਕੇ ਬੈਠੇ ਆ ਔਰ ਜਿਸ ਤਰੀਕੇ ਨਾਲ ਇਹਨਾਂ ਦੇ ਆਪਣੇ ਐਮਐਲਏ ਇਹਨਾਂ ਕੋਲ ਖਿਸਕ ਰਹੇ ਆ ਥੱਲਿਓਂ ਔਰ ਜਿੱਦਣ ਚੋਣ ਜ਼ਾਬਤਾ ਲੱਗ ਗਿਆ ਔਰ ਇਹਨਾਂ ਨੂੰ ਆਪਣੀ ਜਿਹੜੀ ਆ ਜੋ ਵੀ ਇਹਨਾਂ ਨੇ 5 ਸਾਲ ਕੀਤਾ ਵਾ ਉਹ ਚਿੱਟਾ ਸ਼ੀਸ਼ਾ ਇਹਨਾਂ ਨੂੰ ਸਾਹਮਣੇ ਆ ਜਾਊਗਾ। ਵੱਡੀ ਗਿਣਤੀ ਜਿਵੇਂ ਤੁਸੀਂ ਆਪਣੀ ਸਪੀਚ ਦੇ ਵਿੱਚ ਦੱਸ ਰਹੇ ਸੀ ਵੱਡੀ ਗਿਣਤੀ ਹੈ ਤੁਹਾਡੀ ਪੰਜਾਬ ਦੀ ਤੁਹਾਡੀ ਜਥੇਬੰਦੀ ਦੀ ਮੁਲਾਜ਼ਮ ਜਥੇਬੰਦੀਆਂ ਦੀ ਤਾਂ ਸਰਕਾਰ ਤੁਹਾਡੀ ਗੱਲ ਕਿਉਂ ਨਹੀਂ ਸੁਣਦੀ? ਇਹਦੇ ਵਿੱਚ ਵੇਖੋ ਸਰਕਾਰਾਂ ਦੀ ਇੱਕ ਨਲਾਇਕੀ ਆ। ਵੱਡੀ ਗਿਣਤੀ ਤੋਂ ਭਾਵ ਅਸੀਂ ਘੱਟੋ ਘੱਟ ਵੀ ਤੇ ਇਕੱਲੇ ਟੀਚਰ ਜੇ ਗਿਣੀਏ ਤੇ ਅਸੀਂ ਬਹੁਤੇ ਨਹੀਂ ਤੇ 40 ਤੋਂ 50 ਹਜ਼ਾਰ ਦੇ ਕਰੀਬ ਅਸੀਂ ਟੀਚਰ ਹੀ ਆ ਜਿਹੜੇ ਇਸ ਗੱਲ ਤੋਂ ਪ੍ਰਭਾਵਿਤ ਆ। ਹੋਣ ਤੋਂ ਪਹਿਲਾਂ ਕਿਸੇ ਰਾਜਨੀਤਿਕ ਆਗੂ ਨਾਲ ਤੁਹਾਡੀ ਇਸ ਮਸਲੇ ਨੂੰ ਲੈ ਕੇ ਮੀਟਿੰਗ ਹੋਈ ਹੈ ਜੀ? ਪਿਛਲੀ ਵਾਰੀ ਸੇਮ ਜਗ੍ਹਾ ਤੇ ਇਸੇ ਜਗ੍ਹਾ ਤੇ ਅਸੀਂ ਇੱਕ ਬਹੁਤ ਵੱਡਾ ਐਜੀਟੇਸ਼ਨ ਕੀਤਾ ਸੀਗਾ ਔਰ ਤਕਰੀਬਨ ਸਾਨੂੰ 2 ਵਾਰੀ ਬੈਰੀਕੇਡ ਤੋੜ ਕੇ ਪ੍ਰਸ਼ਾਸਨ ਨਾਲ ਵੀ ਥੋੜਾ ਬਹੁਤਾ ਵਾਧਾ ਘਾਟਾ ਕਰਕੇ ਸਾਨੂੰ ਸਾਡੀਆਂ ਪੱਗਾਂ ਵੀ ਲੱਥੀਆਂ ਔਰ ਅਸੀਂ ਕੋਠੀ ਤੱਕ ਪਹੁੰਚੇ ਔਰ ਉਸ ਟਾਈਮ ਤੇ ਸਿੱਧੂ ਸਾਹਿਬ ਦੇ ਜਿਹੜੇ ਪੀਏ ਸੀਗੇ ਉਹਨਾਂ ਨੇ ਉਸੇ ਵੇਲੇ ਹੀ ਸਾਨੂੰ ਸਿੱਧੂ ਸਾਹਿਬ ਨਾਲ ਗੱਲ ਕਰਕੇ ਸਾਨੂੰ ਚੰਡੀਗੜ੍ਹ ਮੀਟਿੰਗ ਦਵਾਈ ਔਰ ਸਾਡੀ ਮੀਟਿੰਗ ਹੋਈ ਵੀ। ਉਸ ਮੀਟਿੰਗ ਦੇ ਵਿੱਚ ਬੜੀ ਡਿਟੇਲ ਦੇ ਵਿੱਚ ਸਿੱਧੂ ਜੀ ਨੂੰ ਅਸੀਂ ਸਮਝਾਇਆ ਕਿ ਸਾਡੀਆਂ ਕੀ ਪ੍ਰੋਬਲਮ ਨੇ ਔਰ ਇਹਨਾਂ ਨੇ ਖੁਦ ਆਪਣੇ ਮੂੰਹੋਂ ਇਹ ਗੱਲ ਕਹੀ ਕਿ ਯਾਰ ਐਮਐਲਏ ਇੰਨੀਆਂ ਪੈਨਸ਼ਨਾਂ ਲੈਣ ਦੇ ਕਿ ਐਮਐਲਏ 5-5 ਪੈਨਸ਼ਨਾਂ 7-7 ਲੈਣ ਡਿਆ ਯਾਰ ਤੁਹਾਡੀ ਪੈਨਸ਼ਨ ਹੀ ਨਹੀਂ। ਫਿਰ ਇਹਨਾਂ ਨੂੰ ਇਹ ਵੀ ਕਲੀਅਰ ਕੀਤਾ ਕਿ ਪੈਨਸ਼ਨ ਨਾ ਹੋਣਾ ਇੱਕ ਡਿਫਰੈਂਟ ਗੱਲ ਆ। ਉਹ ਜਿਹੜਾ ਤੁਸੀਂ ਸਾਡਾ ਪੈਸਾ ਜਮ੍ਹਾਂ ਕਰਨ ਦੇ ਜੇ 10% ਤੁਸੀਂ ਸਾਡਾ ਕੱਟਦੇ ਜੇ ਤਨਖਾਹ ਚੋਂ 10% ਤੁਸੀਂ ਖੁਦ ਪਾ ਰਹੇ ਜੇ ਉਹ ਅਰਬਾਂ ਰੁਪਈਆ ਜਿਹੜਾ ਜਮ੍ਹਾਂ ਹੋਇਆ ਵਾ ਜੇ ਤੁਸੀਂ ਉਹੋ ਹੀ ਸਾਨੂੰ ਦੇ ਦਿਓ ਤੁਹਾਨੂੰ ਫਿਰ ਵੀ ਪੈਸੇ ਬਚਦੇ ਆ। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਘਰ ਦਾ ਘਿਰਾਓ ਕੀਤਾ ਗਿਆ। ਸਾਡੇ ਨਾਲ ਆਗੂ ਮੌਜੂਦ ਨੇ, ਗੱਲਬਾਤ ਕਰਦੇ। ਹਾਂਜੀ ਭਾਈ ਸਾਹਿਬ, ਕਿਉਂ ਘਿਰਾਓ ਕੀਤਾ ਗਿਆ ਜੀ ਅੱਜ? ਅਮਰਜੀਤ ਸਿੰਘ ਕਲੇਰ, ਜਨਰਲ ਸਕੱਤਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜ਼ਿਲ੍ਹਾ ਅੰਮ੍ਰਿਤਸਰ। ਇਹ
ਜਿਹੜੇ ਸਾਥੀ ਘਰਾਓ ਕਰਨ ਅੱਜ ਪਹੁੰਚੇ ਆ ਇਹ ਸਾਰੇ ਹੀ ਜਿਹੜੇ ਆ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮ ਅਧਿਆਪਕ ਤੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਆ ਜਿਨ੍ਹਾਂ ਦੀ ਜਿਹੜੀ ਆ ਪੈਨਸ਼ਨ ਬੰਦ ਕਰਕੇ ਇਹਨਾਂ ਦੇ ਇੱਕ ਨਵੀਂ ਪੈਨਸ਼ਨ ਸਕੀਮ ਜਿਹੜੀ ਥੋਪੀ ਗਈ ਹੈ ਜਿਹੜੀ ਬੜੀ ਘਾਤਕ ਆ ਉਹਦੇ ਵਿਰੋਧ ਦੇ ਵਿੱਚ ਜਿਹੜੇ ਆ ਸਾਰੇ ਇੱਥੇ ਇਕੱਠੇ ਹੋਏ ਆ। ਇਹ ਸੂਬਾ ਕਮੇਟੀ ਵੱਲੋਂ ਜਿਹੜੀ ਹੀ ਕਾਲ ਸੀ ਵੀ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਲਾਗੂ ਕਰਨਾ ਵਾ ਤੇ ਉਸੇ ਲੜੀ ਤਹਿਤ ਅੱਜ ਅਸੀਂ ਸਿੱਧੂ ਸਾਹਿਬ ਦੇ ਘਰ ਦੀ ਚੋਣ ਕੀਤੀ ਅੱਜ ਔਰ ਇਹਨਾਂ ਦੇ ਘਰ ਆਪਣਾ ਸਵਾਲ ਪੁੱਛਣ ਪਹੁੰਚੇ ਆ ਵੀ ਸਿੱਧੂ ਸਾਹਿਬ ਤੁਸੀਂ ਜੇ 2-3 ਪੈਨਸ਼ਨਾਂ ਲੈ ਰਹੇ ਜੇ ਤੁਸੀਂ ਦੂਸਰੀ ਵਾਰੀ ਮਤਲਬ ਐਮਪੀ 2-3 ਵਾਰ ਤੁਸੀਂ ਐਮਪੀ ਰਹੇ ਜੇ ਤੇ ਐਮਐਲਏ ਵੀ ਰਹੇ ਜੇ ਔਰ ਤੁਹਾਡੀ ਧਰਮ ਪਤਨੀ ਵੀ ਇੱਕ ਵਾਰ ਐਮਐਲਏ ਰਹਿ ਚੁੱਕੇ ਨੇ ਤੇ ਤੁਸੀਂ 4-4 ਪੈਨਸ਼ਨਾਂ ਲੈ ਰਹੇ ਜੇ ਔਰ ਜਿਹੜੇ ਮੁਲਾਜ਼ਮ ਜਿਹੜੇ ਆ ਇਹ 16 20 ਸਾਲ ਜਿਹੜੀ ਨੌਕਰੀ ਕਰਨ ਤੋਂ ਬਾਅਦ ਜਿਹੜੇ ਰਿਟਾਇਰ ਹੋ ਰਹੇ ਨੇ ਇਹਨਾਂ ਦੀ ਪੈਨਸ਼ਨਾਂ ਤੁਸੀਂ ਕੀ ਪ੍ਰਬੰਧ ਕੀਤਾ। ਇਹ ਸਵਾਲ ਪੁੱਛਣ ਵਾਸਤੇ ਸੂਬਾ ਕਮੇਟੀ ਦੇ ਫੈਸਲੇ ਨੂੰ ਲਾਗੂ ਕਰਨ ਵਾਸਤੇ ਪਹੁੰਚੇ। ਸਾਹਿਬ ਮਿਲੇ ਤੁਹਾਨੂੰ? ਇੱਥੇ ਸਾਨੂੰ ਕੋਈ ਨਹੀਂ ਪਹੁੰਚਿਆ, ਨਾ ਉਹਨਾਂ ਦਾ ਕੋਈ ਪਰਿਵਾਰਕ ਮੈਂਬਰ ਪਹੁੰਚਿਆ ਜੀ, ਨਾ ਸਿੱਧੂ ਸਾਹਿਬ ਪਹੁੰਚੇ ਆ। ਉੱਦਾਂ ਤੇ ਇਹਨਾਂ ਦੀ ਧਰਮ ਪਤਨੀ ਤੇ ਮੈਂ ਸੁਣਿਆ ਪਿਛਲੇ ਸਮੇਂ ਤੋਂ ਇਹਨਾਂ ਦੀ ਜਿਹੜੀ ਬੇਟੀ ਆ ਉਹ ਵੀ ਸਿਆਸਤ ਵਿੱਚ ਕਾਫੀ ਐਕਟਿਵ ਆ ਔਰ ਆਪਣੇ ਹਲਕੇ ਦੇ ਪ੍ਰੋਗਰਾਮਾਂ ਦੇ ਉਦਘਾਟਨਾਂ 'ਚ ਆ ਰਹੇ ਆ, ਪਰ ਸਾਨੂੰ ਇੱਥੇ ਘਰਾਂ 'ਚ ਪਹੁੰਚਿਆਂ ਨੂੰ ਕੋਈ ਮਿਲਣ ਵਾਸਤੇ ਇੱਥੋਂ ਤੱਕ ਨਹੀਂ ਪਹੁੰਚਿਆ ਜੀ। ਤਾਂ ਅੱਜ ਤੋਂ ਪਹਿਲਾਂ ਕਿਹੜੇ ਆਗੂਆਂ ਨਾਲ ਤੁਹਾਡੀਆਂ ਮੀਟਿੰਗਾਂ ਹੋ ਚੁੱਕੀਆਂ ਨੇ? ਸਾਡੀ ਮਤਲਬ ਸੱਤਾਧਾਰੀ ਪਾਰਟੀ ਦੇ ਹੇਠਲੇ ਪੱਧਰੋਂ ਲੈ ਕੇ ਉੱਪਰ ਤੱਕ ਹਰ ਇੱਕ ਆਗੂ ਨੂੰ ਅਸੀਂ 3-3 4-4 ਵਾਰ ਆਪਣੀਆਂ ਮੰਗਾਂ ਤੋਂ ਜਾਣੂ ਕਰਵਾ ਸਕੇ ਹਾਂ। ਇਹੋ ਜਿਹਾ ਕੋਈ ਕਾਂਗਰਸ ਸਰਕਾਰ ਦਾ ਕੋਈ ਐਮਐਲਏ ਕੋਈ ਮੰਤਰੀ ਨਹੀਂਗਾ ਵੀ ਜਿਹੜਾ ਸਾਡੀ ਮੰਗ ਤੋਂ ਅਣਜਾਣ ਹੋਵੇ। ਈਵਨ ਇੱਥੋਂ ਤੱਕ ਕਿ ਜਿਹੜੀਆਂ ਵਿਰੋਧੀ ਧਿਰਾਵਾਂ ਆਪ ਔਰ ਸ਼੍ਰੋਮਣੀ ਅਕਾਲੀ ਦਲ ਉਹ ਵੀ ਸਾਡੀ ਜਿਹੜੀ ਮੰਗ ਤੋਂ ਭਲੀ ਭਾਂਤ ਜਾਣੂ ਆ। ਔਰ ਪਿਛਲੇ ਸਮੇਂ ਮੋਗਾ ਵਿਖੇ ਜਿਹੜਾ 100 ਸਾਲਾ ਮਨਾਉਣ ਤੇ ਅਕਾਲੀ ਦਲ ਨੇ ਜਿਹੜੀ ਸਾਡੀ ਮੰਗ ਨੂੰ ਜਿਹੜਾ ਚੋਣ ਏਜੰਡੇ ਵਿੱਚ ਵੀ ਰੱਖਿਆ ਵਾ ਔਰ ਵੀ ਜੇ ਸਾਡੀ ਸਰਕਾਰ ਬਣ ਤੇ ਜਿਹੜੀ ਆ ਅਸੀਂ ਵੀ ਜਿਹੜੀ ਆ ਇਹ ਪੈਨਸ਼ਨ ਬਹਾਲ ਕਰਾਂਗੇ। ਪਰ ਸਾਨੂੰ ਕਿਸੇ ਦੇ ਸਿਆਸੀ ਧਿਰਾਂ ਤੇ ਬਹੁਤਾ ਯਕੀਨ ਨਹੀਂ ਜਿੰਨੇ ਚਿਰ ਤੱਕ ਸਾਡੀ ਮੰਗ ਨੂੰ ਅਮਲੀ ਜਾਮਾ ਨਹੀਂ ਪੜਾਉਂਦੇ। ਇਹੋ ਜਿਹਾ ਵਾਅਦਾ ਸਾਨੂੰ ਜਿਹੜਾ ਕਾਂਗਰਸ ਨੇ ਵੀ 2017 ਵਿੱਚ ਕਰਕੇ ਜਿਹੜੀਆਂ ਸਾਡੇ ਕੋਲ ਜਿਹੜੀਆਂ ਭੋਲੇ ਭਾਲੇ ਲੋਕਾਂ ਕੋਲ ਵੋਟਾਂ ਵਟੋਰ ਕੇ ਤੇ ਸੱਤਾ ਤੇ ਕਾਬਜ ਹੋਈ ਆ, ਪਰ ਉਹ ਆਪਣੀਆਂ ਸਾਰੀਆਂ ਹੀ ਵਾਅਦਿਆਂ ਤੋਂ ਜਿਹੜੀ ਆ ਮੁੱਕਰ ਚੁੱਕੀ ਆ। ਔਰ ਈਵਨ ਇੱਥੋਂ ਤੱਕ ਕੀ ਆ ਅਸੀਂ ਇਹਨਾਂ ਦੇ ਨੇਤਾ ਨੂੰ ਇੱਕ ਵਾਰ ਨਹੀਂ ਦਿਹਾੜੀ ਦੀ 3-3 ਵਾਰਾਂ 4-4 ਵਾਰ ਆਪਣੀਆਂ ਮੰਗਾਂ ਤੋਂ ਜਾਣੂ ਕਰਾਉਂਦੇ ਆ। ਚੰਨੀ ਸਾਹਿਬ ਜਾਂ ਇਹਨਾਂ ਦੇ ਕੈਬਨਿਟ ਮੰਤਰੀਆਂ ਦਾ ਜਿਸ ਵੀ ਹਲਕੇ ਜਿਸ ਵੀ ਜਗ੍ਹਾ ਤੇ ਪ੍ਰੋਗਰਾਮ ਹੋਵੇ ਉਸੇ ਜਗ੍ਹਾ ਦੇ ਸਾਡੇ ਜਿਹੜੇ ਆਗੂਆਂ ਵੱਲੋਂ ਜਿਹੜਾ ਵਾ ਆਪਣੀ ਮੰਗ ਪੱਤਰ ਦੇ ਕੇ ਇਹਨਾਂ ਨੂੰ ਮੰਗ ਤੋਂ ਜਾਣੂ ਕਰਵਾਇਆ ਜਾਂਦਾ ਔਰ ਇਹਨਾਂ ਵੱਲੋਂ ਬੜਾ ਹੀ ਸਹਿ ਸੁਭਾਅ ਕਹਿ ਦਿੱਤਾ ਜਾਂਦਾ ਵੀ ਅਸੀਂ ਤੁਹਾਡੀ ਮੰਗ ਤੋਂ ਜਾਣੂ ਆ ਤੇ ਵਿਚਾਰ ਕਰ ਰਹੇ ਆ, ਛੇਤੀ ਹੱਲ ਕਰਾਂਗੇ। ਚੰਨੀ ਵੱਲੋਂ ਤਾਂ ਰਾਤੀ 2-2:30 ਵਜੇ ਨਾਲ ਵੀ ਲੋਕਾਂ ਦੀਆਂ ਮੁਸ਼ਕਲਾਂ ਹੱਲ ਕੀਤੀਆਂ ਜਾਂਦੀਆਂ ਤਾਂ ਤੁਹਾਡੀ ਜਥੇਬੰਦੀ ਨੇ ਸੋਚਿਆ ਨਹੀਂ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੱਕ ਅਪਰੋਚ ਕੀਤੀ ਜਾਵੇ? ਉਹ ਨਹੀਂ ਸਮਝ ਆਉਂਦੀ ਵੀ ਜਿਹੜੇ ਬੰਦਿਆਂ ਦੀਆਂ ਰਾਤ ਨੂੰ 2:30 ਵਜੇ ਮੰਗਾਂ ਸੁਣਦੇ ਉਹ ਕਿਹੜੇ ਸ਼ਾਇਦ ਉਹ ਕਿਤੇ ਪਾਕਿਸਤਾਨ ਵਾਲੀ ਸਾਈਡ ਤੋਂ ਲੈ ਕੇ ਆਉਂਦੇ ਆ। ਉਹ ਤੁਸੀਂ ਅੱਜ ਵੀ ਖਰੜ ਜਾ ਕੇ ਵੇਖ ਲਓ ਉਹਦੀ ਰਿਹਾਇਸ਼ ਦੇ ਸਾਹਮਣੇ ਮਰਿੰਡਾ ਇਹਦਾ ਹਲਕਾ ਵਾ। ਮਰਿੰਡੇ ਦੇ ਵਿੱਚ ਇਹਦੇ ਦਿਹਾੜੀ ਦੀਆਂ 10-10 ਰੈਲੀਆਂ ਹੁੰਦੀਆਂ ਰਹੀਆਂ ਨੇ। ਖਰੜ ਦੇ ਵਿੱਚ ਇੰਨੇ ਮੁਲਾਜ਼ਮ ਉੱਥੇ ਬੈਠੇ ਨੇ ਜਿਹੜੇ ਉਹ ਤੁਹਾਨੂੰ ਦੂਰਾਂ ਤੋਂ 2.5 ਕਿਲੋਮੀਟਰ ਤੋਂ 20-25 ਹਜ਼ਾਰ ਗਿਣਤੀ ਦੇ ਵਿੱਚ 50 ਹਜ਼ਾਰ ਗਿਣਤੀ 'ਚ ਮੁਲਾਜ਼ਮ ਇਕੱਠੇ ਹੋ ਕੇ ਮਿਲ ਜਾਂਦੇ, ਉਹ ਤੁਸੀਂ ਮਿਲਦੇ ਨਹੀਂਗੇ। ਉਹ ਪਤਾ ਨਹੀਂ ਜਾ ਉਹ ਬੰਦੇ ਸ਼ਾਮ ਨੂੰ ਇਹ ਕਿਹੜੇ ਇਕੱਠੇ ਕਰਕੇ ਜਿਹੜਾ ਵਾ ਸੋਸ਼ਲ ਮੀਡੀਆ ਦਾ ਆਪਣਾ ਪ੍ਰਚਾਰ ਕਰਦੇ ਆ। ਇਸ ਚੀਜ਼ ਤੋਂ ਅਸੀਂ ਅਣਜਾਣ ਹਾਂ ਜੀ। ਬੀਤੇ ਦਿਨੀ ਜਿੱਥੇ ਤੁਸੀਂ ਧਰਨਾ ਦਿੱਤਾ ਇੱਥੇ ਏਐਨਐਮ ਨਰਸਾਂ ਦੇ ਜਿਹੜਾ ਸਿੱਧੂ ਦੀ ਸਿਕਿਉਰਿਟੀ ਦੇ ਜਿਹੜਾ ਗੱਡੀਆਂ ਸੀ ਉਹਨਾਂ ਦੇ ਨਾਲ ਸੱਟਾਂ ਲੱਗੀਆਂ ਨੇ ਔਰ ਜੇਰੇ ਇਲਾਜ ਚੱਲ ਰਹੀਆਂ ਨੇ, ਕੀ ਕਹਿਣਾ ਚਾਹੁੰਦੇ? ਬਹੁਤ ਮੰਗ ਭਾਗੀ ਘਟਨਾ ਔਰ ਸਖਤ ਸ਼ਬਦਾਂ ਵਿੱਚ ਇਹਦੀ ਨਿਖੇਧੀ ਕਰਦੇ ਆ। ਔਰ ਜਿਹੜੇ ਸਿਆਸੀ ਲੋਕ ਆ ਇਹਨਾਂ ਤੇ ਸਾਨੂੰ ਕੋਈ ਬਹੁਤਾ ਗਿਲਾ ਨਹੀਂ ਕਿਉਂਕਿ ਇਹ ਸਾਰੇ ਇੱਕੋ ਜਿਹੇ ਨੇ, ਚਾਹੇ ਸਿੱਧੂ ਆ ਚੰਨੀ ਆ, ਕੋਈ ਇਹਨਾਂ 'ਚੋਂ ਨਿੰਦਾ ਸਲਾਉਣ ਵਾਲਾ ਨਹੀਂ ਹੈਗਾ। ਪਰ ਖਾਸ ਕਰਕੇ ਅਸੀਂ ਜਿਹੜੇ ਆਪਣੇ ਪੁਲਿਸ ਮੁਲਾਜ਼ਮ ਭਾਈਚਾਰਾ ਵਾ ਇਹਨਾਂ ਨੂੰ ਜ਼ਰੂਰ ਅਪੀਲ ਕਰਦੇ ਆ ਵੀ ਭਲੇ ਮਾਨਸੋ ਸਿੱਖ ਜਾਓ, ਸਮਝ ਜਾਓ, ਸੁਧਰ ਜਾਓ। ਇਹ ਜਿਨ੍ਹਾਂ ਦੇ ਖੰਭਾਂ 'ਤੇ ਚੜ੍ਹ ਕੇ ਤੁਸੀਂ ਉੱਡਦੇ ਫਿਰਦੇ ਜੇ ਆਮ ਆਪਣੇ ਲੋਕਾਂ ਨੂੰ ਜਿਹੜੇ ਹੱਕਾਂ ਦੀ ਆਪਣੀ ਮੰਗ ਰੱਖਣ ਵਾਸਤੇ ਹੱਕਾਂ ਦੀ ਪ੍ਰਾਪਤੀ ਵਾਸਤੇ ਉਹਨਾਂ ਨੂੰ ਮਿਲ ਪਾਓ ਜਿਹਨੂੰ ਗੱਡੀਆਂ ਥੱਲੇ ਤੁਸੀਂ ਦੜ ਰਹੇ ਜੇ, ਇਹ ਤੁਹਾਡੇ ਵਾਸਤੇ ਚੰਗਾ ਨਹੀਂਗਾ। ਤੁਹਾਡੀ ਕੋਈ ਬਹੁਤੀ ਇਹਨਾਂ ਸਿਆਸੀ ਲੋਕਾਂ ਦੇ ਨਜ਼ਰਾਂ 'ਚ ਕੋਈ ਬਹੁਤੀ ਇੱਜ਼ਤ ਨਹੀਂ ਹੈਗੀ। ਪਿਛਲੇ ਸਮੇਂ ਦੌਰਾਨ ਸਿੱਧੂ ਸਾਹਿਬ ਨੇ ਜੋ ਪੰਜਾਬ ਪੁਲਿਸ ਬਾਰੇ ਇੱਕ ਸਟੇਜ ਤੋਂ ਬੋਲਿਆ ਉਹ ਸਾਰੇ ਲੋਕ ਭਲੀ ਭਾਂਤ ਜਾਣੂ ਆ। ਸਾਨੂੰ ਦੋਹਰੇ ਉਹ ਗੱਲ ਨੂੰ ਰਿਪੀਟ ਕਰਨ ਦੀ ਲੋੜ ਨਹੀਂ ਹੈਗੀ। ਔਰ ਉਹ ਤੋਂ ਬਾਅਦ ਪੁਲਿਸ ਵਿਭਾਗ ਦੇ 4-5
ਸਿਰਫ ਅਣਖੀ ਲੋਕਾਂ ਵੱਲੋਂ ਜਿਹੜਾ ਵਾ ਜਵਾਬ ਦਿੱਤਾ ਗਿਆ ਉਸ ਚੀਜ਼ ਦਾ। ਬਾਕੀ ਸਾਰੇ ਜ਼ਮੀਰ ਮਾਰ ਕੇ ਇਹਨਾਂ ਦੀਆਂ ਬਾਹਾਂ ਤੇ ਜਿਹੜੇ ਆ ਅਡਾਰੀਆਂ ਮਾਰਦੇ ਫਿਰ ਰਹੇ ਆ ਤੇ ਸਾਡੇ ਆਮ ਲੋਕਾਂ ਨੂੰ, ਸਾਡੇ ਬੇਰੁਜ਼ਗਾਰ ਭੈਣ ਭਰਾਵਾਂ ਨੂੰ ਡਾਂਗਾ ਸੋਟੇ ਮਾਰ ਰਹੇ ਆ। ਇਹ ਕਿਹੜਾ ਪਿੱਛੇ ਸੀਐਮ ਚੰਨੀ ਦੀ ਸਿਕਿਉਰਿਟੀ ਵਿੱਚ ਡੀਐਸਪੀ ਨੇ ਜਿਹੜਾ ਬੜਾ ਨੰਗਾ ਨਾਚ ਕੀਤਾ ਉੱਥੇ ਗੁੰਡਾਗਰਦੀ ਦਾ। ਔਰ ਇਹ ਸਾਡੇ ਹੀ ਭੈਣ ਭਰਾ ਨੇ ਜਿਹੜੇ ਆ ਸੜਕਾਂ ਦੇ ਮੁਲਾਜ਼ਮ ਰੁਲ ਰਹੇ ਆ। ਇਹ ਕੋਈ ਪਾਕਿਸਤਾਨ ਤੋਂ ਨਹੀਂ ਆਏ, ਇਹ ਇਹਨਾਂ ਹੀ ਪੁਲਿਸ ਮੁਲਾਜ਼ਮਾਂ ਦੀ ਕੋਈ ਭੈਣ ਹੋ ਸਕਦੀ ਆ, ਕੋਈ ਇਹਨਾਂ ਦੀ ਬੇਟੀ ਹੋ ਸਕਦੀ ਆ। ਔਰ ਇਹਨਾਂ ਨੂੰ ਅਸੀਂ ਇਹਨਾਂ ਬੱਚਿਆਂ ਦੇ, ਆਉਣ ਵਾਲੇ ਬੱਚਿਆਂ ਦੇ ਭਵਿੱਖ ਵਾਸਤੇ ਲੜ ਰਹੇ ਆ। ਅੱਜ ਜੇ ਪੈਨਸ਼ਨ ਦੀ ਲੜਾਈ ਲੜ ਰਹੇ ਆ ਤਾਂ ਜਿਹੜੇ ਬੱਚੇ ਆਉਣ ਵਾਲੇ ਸਮੇਂ 'ਚ ਨੌਕਰੀ 'ਚ ਆਉਣੇ ਆ, ਇਹਨਾਂ ਪੁਲਿਸ ਮੁਲਾਜ਼ਮਾਂ ਦੇ ਬੱਚੇ ਨੌਕਰੀ 'ਚ ਆਉਣੇ ਆ। ਇਹ ਬਹੁਤ ਸਾਰੇ ਪੁਲਿਸ ਮੁਲਾਜ਼ਮ ਜਿਹੜੇ 2004 ਤੋਂ ਬਾਅਦ ਭਰਤੀ ਹੋਏ ਆ, ਇਹ ਪੁਲਿਸ ਦੇ ਉਹ ਵੀ ਬਿਨਾਂ ਪੈਨਸ਼ਨ ਤੋਂ ਆ। ਔਰ ਇਹਨਾਂ ਨੂੰ ਇੱਕ ਘੱਟ ਸਮਝ ਰੱਖਦੇ ਆ। ਉਹ ਸਿੱਖ ਲਓ, ਸਾਡੇ ਉਹ ਕੁਝ ਸਿੱਖ ਲਓ ਔਰ ਇਹੋ ਜਿਹੇ ਕੰਮਾਂ ਤੋਂ ਗਰੇਜ ਕਰੋ। ਇਹਨਾਂ ਨੇ ਤੁਹਾਨੂੰ ਸਿਆਸੀ ਲੋਕਾਂ ਨੇ ਕੁਛ ਨਹੀਂ ਦੇਣਾ। ਆਪਣੇ ਭੈਣ ਭਰਾਵਾਂ ਨੂੰ ਗੱਡੀਆਂ ਥੱਲੇ ਕੁਚਲਣਾ ਬੰਦ ਕਰੋ। ਕਿੰਨੀ ਦੇਰ ਤੱਕ ਤੁਹਾਡਾ ਧਰਨਾ ਜਾਰੀ ਰਹੇਗਾ? ਵੇਖੋ ਜੀ, ਧਰਨਾ ਅੱਜ ਜੋ ਸਾਡੀ ਸੂਬੇ ਕਮੇਟੀ ਦੀ ਕਾਲ ਆ ਉਹਨੂੰ ਅਸੀਂ ਲਾਗੂ ਕਰ ਚੁੱਕੇ ਆ। ਬਾਕੀ ਜੋ ਸਟੇਟ ਕਮੇਟੀ ਦੀ ਸਾਨੂੰ ਕਾਲ ਆਊਗੀ ਇਨ ਬਿਨ ਲਾਗੂ ਕਰਦੇ ਰਵਾਂਗੇ। ਜਿਹੜੀ ਸਾਡੀ ਲੜਾਈ ਉਹ ਪੈਨਸ਼ਨ ਦੀ ਪ੍ਰਾਪਤੀ ਤੱਕ ਆ। ਚਾਹੇ ਸਾਡੀ ਇਹ ਸਰਕਾਰ 'ਚ ਹੁੰਦੀ ਆ ਤਾਂ ਵੀ ਠੀਕ ਹੈ, ਨਹੀਂ ਹੁੰਦਾ ਇਹ ਸੰਘਰਸ਼ ਸਾਡਾ ਲਗਾਤਾਰ ਚੱਲਦਾ ਰਹੂਗਾ। ਮੰਗ ਦੀ ਪ੍ਰਾਪਤੀ ਤੱਕ ਸੰਘਰਸ਼ ਜਿਹੜਾ ਜਾਰੀ ਰੱਖਾਂਗੇ ਔਰ ਆਪਣੀ ਪੈਨਸ਼ਨ ਜਿਹੜੀ ਆ ਔਰ ਆਪਣਾ ਬੁਢਾਪਾ ਸੁਰੱਖਿਅਤ ਕਰਕੇ ਹੀ ਦਮ ਲਵਾਂਗੇ। ਕੀ ਲੱਗਦਾ ਤੁਹਾਨੂੰ ਕਿ ਕੁਝ ਦਿਨਾਂ ਦੇ ਅੰਦਰ ਚੋਣ ਜਾਬਤਾ ਲੱਗਣ ਜਾ ਰਿਹਾ ਆ? ਕਿਤੇ ਨਾ ਕਿਤੇ ਹਰ ਸਿਆਸੀ ਪਾਰਟੀ ਨੂੰ ਵੋਟਾਂ ਬਟੋਰਨ ਦਾ ਲਾਲਚ ਹੁੰਦਾ, ਕਿਤੇ ਨਾ ਕਿਤੇ ਤੁਹਾਡਾ ਮਸਲਾ ਹੱਲ ਹੋ ਸਕਦਾ? ਵੇਖੋ ਜੀ, ਇਹਨਾਂ ਨੂੰ ਭੁਲੇਖਾ ਜਿਹਾ ਪਾਲ ਕੇ ਬੈਠੇ ਨੇ, ਪਰ ਇਸ ਵਾਰੀ ਦੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਵਾ ਇਹਨਾਂ ਦੇ ਸਾਰਿਆਂ ਦੇ ਭੁਲੇਖੇ ਜਿਹੜੇ ਆ ਕੱਢ ਦੇਣਗੀਆਂ। ਭਾਵੇਂ ਜਿਹੜੀ ਮਰਜ਼ੀ ਪੋਲੀਟੀਕਲ ਪਾਰਟੀ ਭੱਜੀ ਫਿਰਦੀ ਆ, ਹਵਾਈ ਜਹਾਜ਼ਾਂ ਦੇ ਸੈਰ ਕਰਦੀ ਫਿਰ, ਪਰ ਪੈਰ ਨਹੀਂ ਕਿਸੇ ਦੇ ਲੱਗਦੇ। ਤੇ ਇਹ ਜਿਹੜੇ ਕਾਂਗਰਸੀ ਆ ਇਹਨਾਂ ਨੂੰ ਲੱਗਦਾ ਵਾ ਵੀ ਇਹ ਭੁਲੇਖੇ ਦੇ ਵਿੱਚ ਆਪਣੀ ਸਰਕਾਰ ਬਣਾ ਕੇ ਬੈਠੇ ਆ। ਔਰ ਜਿਸ ਤਰੀਕੇ ਨਾਲ ਇਹਨਾਂ ਦੇ ਆਪਣੇ ਐਮਐਲਏ ਇਹਨਾਂ ਕੋਲ ਖਿਸਕ ਰਹੇ ਆ ਥੱਲਿਓਂ, ਔਰ ਜਿੱਦਣ ਚੋਣ ਜਾਬਤਾ ਲੱਗ ਗਿਆ ਔਰ ਇਹਨਾਂ ਨੂੰ ਆਪਣੀ ਜਿਹੜੀ ਆ ਜੋ ਵੀ ਇਹਨਾਂ ਨੇ 5 ਸਾਲ ਕੀਤਾ ਵਾ ਉਹ ਚਿੱਟਾ ਸ਼ੀਸ਼ਾ ਇਹਨਾਂ ਨੂੰ ਸਾਹਮਣੇ ਆ ਜਾਊਗਾ ਵੀ ਇਹ ਕਿੱਥੇ ਖਲੋਂਦੇ ਨੇ। ਔਰ ਮੁਲਾਜ਼ਮ ਇਸ ਵਾਰੀ ਵੋਟਾਂ ਦੇ ਵਿੱਚ ਆਪਣਾ ਅਹਿਮ ਰੋਲ ਅਦਾ ਕਰਨਗੇ। ਇਸ ਵਾਰੀ ਕਿਸਾਨ ਵੀ ਆਪਣਾ ਵਿਧਾਨ ਸਭਾ ਦੀਆਂ ਚੋਣਾਂ 'ਚ ਅਹਿਮ ਰੋਲ ਕਰਨਗੇ ਔਰ ਮੁਲਾਜ਼ਮ ਵੀ ਕਰਨਗੇ। ਔਰ ਸਾਡੀ ਜਿਹੜੀ ਗਿਣਤੀ ਆ ਮੁਲਾਜ਼ਮਾਂ ਪੈਨਸ਼ਨਾਂ ਦੀ 7-8 ਲੱਖ ਦੇ ਕਰੀਬ ਅਸੀਂ ਮੁਲਾਜ਼ਮ ਆ, ਕੱਚੇ ਪੱਕੇ ਪੈਨਸ਼ਨਰ ਪਾ ਕੇ। ਔਰ ਸਾਡੀ ਇਸ ਵਾਰੀ ਜਿਹੜੀ ਆ ਅਹਿਮ ਭੂਮਿਕਾ ਰਹੂਗੀ ਜਿਹੜੀਆਂ ਨਵੀਆਂ ਸਰਕਾਰਾਂ ਬਣਾਉਣ ਦੇ ਵਿੱਚ। ਔਰ ਆਪਣੀ ਸੂਝ-ਬੂਝ ਦਾ ਚੋਣਾਂ ਦੌਰਾਨ ਅਸੀਂ ਪੂਰੀ ਸਮਰੱਥਾ ਨਾਲ ਜਿਹੜਾ ਵਾ ਇਹਦੀ ਵਰਤੋਂ ਕਰਕੇ ਇਹਨਾਂ ਲੋਕਾਂ ਦਾ ਜਿਹੜਾ ਵਾ ਨੰਗਾ ਚਿੱਟਾ ਚਿਹਰਾ ਜਿਹੜਾ ਸਾਹਮਣੇ ਲੈ ਕੇ ਆਵਾਂਗੇ। ਹਾਂਜੀ ਭਾਈ ਸਾਹਿਬ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਹਾਂਜੀ ਨਮਸਕਾਰ ਜੀ, ਮੈਂ ਰਾਜੀਵ ਕੁਮਾਰ ਠੁਕਰਾਲ। ਅਸੀਂ 2009 ਤੋਂ ਨੌਕਰੀ 'ਚ ਆਏ ਹਾਂ ਤੇ ਸਰਕਾਰ ਦੀ ਜਿਹੜੀ ਐਨਪੀਐਸ ਸਕੀਮ ਹੈ ਚੱਲ ਰਹੀ ਹੈ, ਇਹਦੇ ਨਾਲ ਮਤਲਬ ਇਹਦੇ ਰੁਝਾਨ ਜਿਹੜੇ ਸਾਹਮਣੇ ਆ ਰਹੇ ਆ ਉਹ ਦੇਖ ਰਹੇ ਆ ਕਿ ਕਿਸੇ ਦੀ 1000 ਪੈਨਸ਼ਨ ਲੱਗ ਰਹੀ, ਕਿਸੇ ਦੀ 1500, ਕਿਸੇ ਦੀ 2000। ਮੇਰਾ ਸਵਾਲ ਸਿਰਫ ਸਰਕਾਰ ਨੂੰ ਦੋ ਟੁਕਿਆ ਕਿ ਜੇ ਪੈਨਸ਼ਨ ਸਕੀਮ ਜਿਹੜੀ ਐਡੀ ਵਧੀਆ ਤੇ ਇਹ ਆਪਣੇ ਮੰਤਰੀਆਂ ਤੇ ਲਾਗੂ ਕਰ ਲੇ ਤੇ ਮੁਲਾਜ਼ਮਾਂ ਦੀ ਜਿਹੜੀ ਪੁਰਾਣੀ ਪੈਨਸ਼ਨ ਬਹਾਲੀ ਕਰੇ। ਤੇ ਕਿਉਂਕਿ ਇਹ ਆਪਣੀਆਂ 5 ਪੈਨਸ਼ਨਾਂ ਲੈਣ ਨੂੰ ਵੀ ਤਿਆਰ ਬੈਠੇ ਆ। 5 ਸਾਲ ਆਪਣੇ ਰਾਜ ਸੇਵਾ ਦੇ ਨਾਮ ਤੇ ਸੱਤਾ 'ਚ ਆਉਂਦੇ ਆ। 5 ਸਾਲ ਕੰਮ ਹੋਇਆ, ਚਾਹੇ ਕੌਂਸਲਰ ਬਣੇ ਆ, ਚਾਹੇ ਮੰਤਰੀ ਬਣ ਗਏ ਆ, ਚਾਹੇ ਐਮਪੀ ਬਣ ਗਏ ਆ। ਇਹਨਾਂ ਨੂੰ ਜੇ ਹੱਕ ਹੈਗਾ ਤੇ ਜਿਹੜਾ ਮੁਲਾਜ਼ਮ ਆ ਆਪਣੀ ਸਾਰੀ ਜ਼ਿੰਦਗੀ ਕਾਲਦਾ, ਆਪਣੇ 25-30 ਸਾਲ ਆਪਣੇ ਜਵਾਨੀ ਦੇ ਕਾਲਦਾ, ਕੀ ਉਹਨੂੰ ਪੈਨਸ਼ਨ ਦਾ ਹੱਕ ਨਹੀਂ ਹੈ? ਤੋ ਇਹਨਾਂ ਨੂੰ ਇਹ ਇੱਕ ਸਬਕਿਆ ਵੀ ਇਹ ਚੀਜ਼ ਨੂੰ ਲਾਗੂ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ ਤੇ ਜਿਹੜੀ ਇਹ ਨਵੀਂ ਸਕੀਮ ਨੂੰ ਤੁਰੰਤ ਬੰਦ ਕੀਤਾ ਜਾਵੇ। ਨਹੀਂ ਤਾਂ ਸਰਕਾਰ ਨੂੰ ਇਸ ਰਾਜ ਸਭਾ ਜਿਹੜੇ ਇਲੈਕਸ਼ਨ ਚੁਣਾਵ ਆ ਰਹੇ ਆ ਉਹਦੇ ਸਿੱਟੇ ਭੁਗਤਣੇ ਪੈਣਗੇ। ਹਾਂਜੀ ਭਾਈ ਸਾਹਿਬ, ਕੀ ਕਹਿਣਾ ਚਾਹੁੰਦੇ ਹੋ? ਅੱਜ ਤੁਹਾਡੇ ਦੁਆਰਾ ਜਿਹੜਾ ਨਵਜੋਤ ਸਿੰਘ ਸਿੱਧੂ ਦੀ ਕੋਠੀ ਲੈ ਕੇ ਪ੍ਰੋਟੈਸਟ ਕੀਤਾ ਜਾ ਰਿਹਾ। ਇਹ ਸਾਥੀਓ, ਪਹਿਲੀ ਗੱਲ ਤੇ ਇਹ ਆ ਕਿ ਸਾਡੀਆਂ ਸਰਕਾਰਾਂ ਨੇ ਸਾਡੀਆਂ ਜਿਹੜੀਆਂ ਭਰਤੀਆਂ ਵਾ ਇਹ ਬਹੁਤ ਹੀ ਮਾੜੇ ਤਰੀਕੇ ਨਾਲ ਕਹਿ ਲਓ ਕੀਤੀਆਂ। ਕਹਿ ਲਓ ਕਿ ਕੋਈ 5000 ਤੇ ਕੋਈ 4500 ਤੇ ਕੋਈ 6000 ਤੇ ਬੰਦੇ ਰੱਖੇ ਆ। ਸੋ ਉਹਨਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਤਨਖਾਹਾਂ ਦਿੱਤੀਆਂ ਜਾਂਦੀਆਂ। ਸੋ ਇਹ ਜਿਹੜੇ ਸਾਰੇ ਸਾਡੇ ਮੁਲਾਜ਼ਮ ਬੈਠੇ ਆ ਇਹ ਉਹ ਮੁਲਾਜ਼ਮ ਆ ਜਿਨ੍ਹਾਂ ਦੀਆਂ 2004 ਤੋਂ ਬਾਅਦ ਦੀ ਭਰਤੀ ਆ।
ਪਹਿਲੋਂ ਇੱਕ ਪੈਨਸ਼ਨ ਹੁੰਦੀ ਸੀ, ਇਨਸਾਨ ਨੂੰ ਇੱਕ ਸਕੂਨ ਹੁੰਦਾ ਸੀ ਕਿ ਅਸੀਂ ਨੌਕਰੀ ਮਿਲੀ ਆ ਸਾਨੂੰ ਸਰਕਾਰੀ, ਸਾਨੂੰ ਸਰਕਾਰ ਰਿਟਾਇਰ ਕਰੂਗੀ, ਰਿਟਾਇਰਮੈਂਟ ਤੋਂ ਬਾਅਦ ਅਸੀਂ ਖੁਸ਼ ਹੋ ਕੇ ਇੱਕ ਪਾਰਟੀ ਕਰਾਂਗੇ ਤੇ ਸਾਨੂੰ ਪੈਨਸ਼ਨ ਮਿਲੂਗੀ। ਪਰ ਹੁਣ ਸਾਡੀ ਇਹ ਹਾਲਾਤ ਆ ਕਿ 2004 ਤੋਂ ਬਾਅਦ ਜਿਹੜੀਆਂ ਸਾਡੀਆਂ ਪੈਨਸ਼ਨਾਂ ਵਾ ਉਹਨਾਂ ਨੂੰ NPS 'ਚ ਕਨਵਰਟ ਕਰ ਦਿੱਤਾ ਗਿਆ। NPS ਦਾ ਮਤਲਬ ਅਸੀਂ ਕਹਿੰਦੇ ਆ ਨੋ ਪੈਨਸ਼ਨ। ਵੈਸੇ ਇਹਨਾਂ ਪੈਨਸ਼ਨ ਉਹਦਾ ਕੋਈ ਹੋਰ ਰੱਖਿਆ ਵਾ, NPS ਪੈਨਸ਼ਨ ਸਕੀਮ ਰੱਖਿਆ, ਪਰ ਅਸੀਂ ਉਹਨੂੰ ਨੋ ਪੈਨਸ਼ਨ ਸਕੀਮ ਕਹਿੰਦੇ ਆ। ਸੋ ਇਸ ਕਰਕੇ ਅਸੀਂ ਅੱਜ ਇਸ ਧਰਨੇ ਤੇ ਸੰਕੇਤਕ ਧਰਨਾ ਵਾ ਜਿਹੜਾ ਪੂਰੀ ਸਟੇਟ ਵੱਲੋਂ ਅਨਾਉਂਸ ਕੀਤਾ ਗਿਆ, ਔਰ ਸਟੇਟ ਵੱਲੋਂ ਅਨਾਉਂਸ ਕਰਕੇ ਇਹ ਜਿਹੜਾ ਵਾ ਕਿ ਵੱਖ-ਵੱਖ ਲੀਡਰਾਂ ਦੇ ਅਸੀਂ ਘਰਾਂ ਦੇ ਘਰਾਓ ਕਰਾਂਗੇ, ਔਰ ਬਹੁਤ ਹੀ ਜਲਦੀ ਇਸ ਤੋਂ ਬਾਅਦ ਅਸੀਂ ਇੱਕ ਵੱਡਾ ਐਕਸ਼ਨ ਉਲੀਕ ਕੇ ਇੱਕ ਸਰਕਾਰ ਨੂੰ ਦੱਸਾਂਗੇ ਕਿ ਅਸੀਂ ਆਉਣ ਵਾਲੇ ਦਿਨਾਂ 'ਚ ਤੁਹਾਡਾ ਕਿਵੇਂ ਨੁਕਸਾਨ ਕਰਦੇ ਹਾਂ। ਵੱਡੀ ਗਿਣਤੀ, ਜਿਵੇਂ ਤੁਸੀਂ ਆਪਣੀ ਸਪੀਚ ਦੇ ਵਿੱਚ ਦੱਸ ਰਹੇ ਸੀ, ਵੱਡੀ ਗਿਣਤੀ ਹੈ ਤੁਹਾਡੀ ਪੰਜਾਬ ਦੀ, ਤੁਹਾਡੀ ਜਥੇਬੰਦੀ ਦੀ, ਮੁਲਾਜ਼ਮ ਜਥੇਬੰਦੀਆਂ ਦੀ, ਤਾਂ ਸਰਕਾਰ ਤੁਹਾਡੀ ਗੱਲ ਕਿਉਂ ਨਹੀਂ ਸੁਣਦੀ ਫਿਰ? ਇਹਦੇ ਵਿੱਚ ਵੇਖੋ ਸਰਕਾਰਾਂ ਦੀ ਇੱਕ ਨਲਾਇਕੀ ਆ। ਵੱਡੀ ਗਿਣਤੀ ਤੋਂ ਭਾਵ ਅਸੀਂ ਘੱਟੋ ਘੱਟ ਵੀ ਤੇ ਇਕੱਲੇ ਟੀਚਰ ਜੇ ਗਿਣੀਏ ਤੇ ਅਸੀਂ ਬਹੁਤੇ ਨਹੀਂ ਤੇ 40 ਤੋਂ 50 ਹਜ਼ਾਰ ਦੇ ਕਰੀਬ ਅਸੀਂ ਟੀਚਰ ਹੀ ਆ ਜਿਹੜੇ ਇਸ ਗੱਲ ਤੋਂ ਪ੍ਰਭਾਵਿਤ ਆ। ਸੋ ਸਰਕਾਰ ਦਾ ਰਵੱਈਆ ਇਹੋ ਜਿਹਾ ਹੋਣਾ ਸਾਨੂੰ ਸਮਝ ਨਹੀਂ ਆਇਆ। ਸਾਡੀ ਸਮਝੋ ਇਸ ਕਰਕੇ ਬਾਹਰ ਆ ਕਿ ਜਾਂ ਤੇ ਇਹ ਆਪਣੀ ਹਾਰ ਮਨਜ਼ੂਰ ਕਰ ਚੁੱਕੇ ਆ ਕਿ ਅਸੀਂ ਹਾਰ ਗਏ ਆ, ਤੇ ਜਾਂ ਫਿਰ ਇਹਨਾਂ ਨੂੰ ਇਉਂ ਲੱਗਦਾ ਕਿ ਅਸੀਂ ਬਹੁਤ ਵੱਡੀ ਜਿੱਤ ਦੇ ਨਾਲ ਫਿਰ ਸਾਹਮਣੇ ਆਵਾਂਗੇ। ਤਾਂ ਹੋਣ ਤੋਂ ਪਹਿਲਾਂ ਕਿਸੇ ਰਾਜਨੀਤਿਕ ਆਗੂ ਨਾਲ ਤੁਹਾਡੀ ਇਸ ਮਸਲੇ ਨੂੰ ਲੈ ਕੇ ਮੀਟਿੰਗ ਹੋਈ ਹੈ? ਜੀ, ਪਿਛਲੀ ਵਾਰੀ ਸੇਮ ਜਗ੍ਹਾ ਤੇ ਇਸੇ ਜਗ੍ਹਾ ਤੇ ਅਸੀਂ ਇੱਕ ਬਹੁਤ ਵੱਡਾ ਐਜੀਟੇਸ਼ਨ ਕੀਤਾ ਸੀਗਾ, ਔਰ ਤਕਰੀਬਨ ਸਾਨੂੰ 2 ਵਾਰੀ ਬੈਰੀਕੇਡ ਤੋੜ ਕੇ ਪ੍ਰਸ਼ਾਸਨ ਨਾਲ ਵੀ ਥੋੜਾ ਬਹੁਤਾ ਵਾਧਾ ਘਾਟਾ ਕਰਕੇ ਸਾਨੂੰ ਸਾਡੀਆਂ ਪੱਗਾਂ ਵੀ ਲੱਥੀਆਂ ਔਰ ਅਸੀਂ ਕੋਠੀ ਤੱਕ ਪਹੁੰਚੇ। ਔਰ ਉਸ ਟਾਈਮ ਤੇ ਸਿੱਧੂ ਸਾਹਿਬ ਦੇ ਜਿਹੜੇ PA ਸੀਗੇ ਉਹਨਾਂ ਨੇ ਉਸੇ ਵੇਲੇ ਹੀ ਸਾਨੂੰ ਸਿੱਧੂ ਸਾਹਿਬ ਨਾਲ ਗੱਲ ਕਰਕੇ ਸਾਨੂੰ ਚੰਡੀਗੜ੍ਹ ਮੀਟਿੰਗ ਦਵਾਈ, ਔਰ ਸਾਡੀ ਮੀਟਿੰਗ ਹੋਈ ਵੀ। ਉਸ ਮੀਟਿੰਗ ਦੇ ਵਿੱਚ ਬੜੀ ਡਿਟੇਲ ਦੇ ਵਿੱਚ ਸਿੱਧੂ ਜੀ ਨੂੰ ਅਸੀਂ ਸਮਝਾਇਆ ਕਿ ਸਾਡੀਆਂ ਕੀ ਪ੍ਰੋਬਲਮ ਨੇ, ਔਰ ਇਹਨਾਂ ਨੇ ਖੁਦ ਆਪਣੇ ਮੂੰਹੋਂ ਇਹ ਗੱਲ ਕਹੀ ਕਿ ਯਾਰ MLA ਇੰਨੀਆਂ ਪੈਨਸ਼ਨਾਂ ਲੈਣ ਡੇ, ਕਿ MLA 5-5 ਪੈਨਸ਼ਨਾਂ 7-7 ਲੈਣ ਡਿਆ, ਯਾਰ ਤੁਹਾਡੀ ਪੈਨਸ਼ਨ ਹੀ ਨਹੀਂ। ਫਿਰ ਇਹਨਾਂ ਨੂੰ ਇਹ ਵੀ ਕਲੀਅਰ ਕੀਤਾ ਕਿ ਪੈਨਸ਼ਨ ਨਾ ਹੋਣਾ ਇੱਕ ਡਿਫਰੈਂਟ ਗੱਲ ਆ। ਉਹ ਜਿਹੜਾ ਤੁਸੀਂ ਸਾਡਾ ਪੈਸਾ ਜਮ੍ਹਾਂ ਕਰਨ ਦੇ ਜੇ 10% ਤੁਸੀਂ ਸਾਡਾ ਕੱਟਦੇ ਜੇ ਤਨਖਾਹ ਚੋਂ, 10% ਤੁਸੀਂ ਖੁਦ ਪਾ ਰਹੇ ਜੇ, ਉਹ ਅਰਬਾਂ ਰੁਪਈਆ ਜਿਹੜਾ ਜਮ੍ਹਾਂ ਹੋਇਆ ਵਾ, ਜੇ ਤੁਸੀਂ ਉਹੋ ਹੀ ਸਾਨੂੰ ਦੇ ਦਿਓ ਤੁਹਾਨੂੰ ਫਿਰ ਵੀ ਪੈਸੇ ਬਚਦੇ ਆ। ਔਰ ਸਿੱਧੂ ਸਾਹਿਬ ਨੇ ਉਸੇ ਵੇਲੇ ਉੱਥੇ ਨਾਗਰਾਜ ਸਾਹਿਬ ਸੀਗੇ, ਉਹਨਾਂ ਨੂੰ ਬੁਲਾ ਕੇ ਇਹ ਗੱਲ ਸਪਸ਼ਟ ਕੀਤੀ, ਔਰ ਇਹ ਮੰਨੇ ਸਾਡੇ ਕੋਲ ਵੀ ਹਾਂ ਬਿਲਕੁਲ ਸਹੀ ਆ, ਮੈਂ ਤੁਹਾਡੀ ਗੱਲ 100% ਰੱਖੂੰਗਾ। ਉਦੋਂ ਇਹ ਨਵੇਂ ਪ੍ਰਧਾਨ ਬਣੇ ਸੀ, ਇਹਨਾਂ ਨੂੰ 1-2 ਦਿਨ ਪ੍ਰਧਾਨਗੀ ਚ ਆਇਆਂ ਨੂੰ ਹੋਏ ਸੀ, ਔਰ ਇਹਨਾਂ ਨੇ ਬਿਲਕੁਲ ਕਿਹਾ ਕਿ ਇਹ ਗੱਲ ਤੁਹਾਡੀ ਮੰਨਣਯੋਗ ਆ। ਤਾਂ ਵਾਅਦੇ ਜਿਹੜਾ ਜਿਵੇਂ ਉਹਨਾਂ ਨੇ ਤੁਸੀਂ ਕਿਹਾ ਕਿ ਉਹਨਾਂ ਨੇ ਤੁਹਾਡੀ ਗੱਲ ਨਾਲ ਸਹਿਮਤੀ ਵੀ ਪ੍ਰਗਟਾਈ, ਪਰ ਇਹਨੂੰ ਇੰਪਲੀਮੈਂਟ ਕਿਉਂ ਨਹੀਂ ਕੀਤਾ? ਫਿਰ ਹੁਣ ਇੰਪਲੀਮੈਂਟ ਕਰਨਾ ਜਾਂ ਨਾ ਕਰਨਾ ਇਹ ਤੇ ਸਰਕਾਰ ਦੀ ਮਰਜ਼ੀ ਆ। ਇੰਪਲੀਮੈਂਟ ਕਿਉਂ ਨਹੀਂ ਕੀਤਾ ਸਾਨੂੰ ਨਹੀਂ ਸਮਝ ਆਈ ਵੀ ਜਾਂ ਤੇ ਸਿੱਧੂ ਸਾਹਿਬ ਦੀ ਜਿਹੜਾ ਕੱਦ ਆ ਸਰਕਾਰ ਦੇ ਵਿੱਚ ਉਹ ਬਹੁਤ ਛੋਟਾ ਵਾ, ਉਹ ਪ੍ਰਧਾਨ ਤੇ ਬਣ ਗਏ ਪਰ ਕੱਦ ਉਸ ਲੈਵਲ ਤੇ ਨਹੀਂ ਆਇਆ, ਇਸ ਕਰਕੇ ਇਸ ਚੀਜ਼ ਨੂੰ ਇਗਨੋਰ ਕੀਤਾ ਗਿਆ ਵਾ। ਅਖੀਰਲਾ ਸਵਾਲ ਹੈ, ਚੋਣ ਜਾਬਤਾ ਕੁਝ ਦਿਨਾਂ ਦੇ ਅੰਦਰ ਲੱਗਣ ਜਾ ਰਿਹਾ, ਕੀ ਤੁਹਾਨੂੰ ਲੱਗਦਾ ਹੈ ਕਿ ਚੋਣ ਜਾਬਤੇ ਤੋਂ ਪਹਿਲਾਂ ਤੁਹਾਡੇ ਮਸਲੇ ਹੱਲ ਹੋ ਸਕਦੇ ਆ? ਅਸੀਂ ਪੂਰੀ ਉਮੀਦ ਰੱਖਦੇ ਹਾਂ, ਅਸੀਂ ਸਰਕਾਰ ਨੂੰ ਇੰਨਾ ਕੁ ਮਜਬੂਰ ਕਰ ਦਾਂਗੇ, ਸਾਨੂੰ ਆਪਣੇ ਆਪ ਤੇ ਇਹ ਯਕੀਨ ਆ ਕਿ ਸਰਕਾਰ ਸਾਡੀਆਂ ਗੱਲਾਂ ਜ਼ਰੂਰ ਮੰਨੂਗੀ। ਸੋ ਇਹ ਸਨ ਸਾਡੇ ਨਾਲ ਵੱਖ-ਵੱਖ ਬੁਲਾਰੇ ਜਿਨ੍ਹਾਂ ਨੇ ਕਿਹਾ ਹੈ ਕਿ ਸਾਨੂੰ ਕਿਤੇ ਨਾ ਕਿਤੇ ਉਮੀਦ ਹੈ ਕਿ ਸਰਕਾਰ ਜਿਹੜੀ ਆ ਉਹ ਇਹਨਾਂ ਦੇ ਮਸਲੇ ਹੱਲ ਕਰ ਸਕਦੀ ਹੈ। ਸੋ ਤੁਸੀਂ ਪੰਜਾਬ ਸਟਾਰ TV ਦੇਖਦੇ ਰਹੋ, ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਹਾਂਗੇ। ਕੈਮਰਾਮੈਨ JP ਸਨੋਤਰਾ ਦੇ ਨਾਲ ਅੰਮ੍ਰਿਤਸਰ ਤੋਂ ਪ੍ਰਦੀਪ ਅਰੋੜਾ।